रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604-592-9191 645929191 ਸਾਡਾ ਸਟੂਡੀਓ ਦਾ ਨੰਬਰ ਹੈ। ਇਹ ਨੰਬਰ ਡਾਇਲ ਕਰਕੇ ਤੁਸੀਂ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਸ਼ਰੀਕ ਹੋ ਸਕਦੇ ਹੋ। ਦਾ ਸੰਡੇ ਸ਼ੋਅ ਦੇ ਨਿਰਧਾਰਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਮੌਜੂਦ। ਸੋ ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ। ਥੈਂਕ ਯੂ ਸਰ। ਗਿੱਲ ਸਾਹਿਬ, ਅਸੀਂ ਸਾਡੇ ਜਿਵੇਂ ਕਿ ਨਿਰਧਾਰਤ ਸਾਡੇ ਚਾਰ ਪੜਾਵੀ ਪ੍ਰੋਗਰਾਮ ਹੁੰਦੇ ਨੇ। ਸਾਡਾ ਪਹਿਲਾ ਪੜਾਅ ਹੁੰਦਾ ਇਤਿਹਾਸ ਦੇ ਝਰੋਖੇ ਚੋਂ। ਤੁਹਾਨੂੰ ਯਾਦ ਹੋਣਾ ਅਸੀਂ ਸ਼ੁਰੂ ਕੀਤੀ ਸੀ ਲੜੀ ਕਿ 15 ਅਗਸਤ ਆਜ਼ਾਦੀ ਦਿਹਾੜੇ ਤੱਕ ਅਸੀਂ ਇਸ ਲੜੀ ਨੂੰ ਬਰਕਰਾਰ ਰੱਖਾਂਗੇ ਔਰ ਪੜਾਅ ਦਰ ਪੜਾਅ ਦੇ ਵਿੱਚ ਕੀ ਕਿੱਥੇ ਤਬਦੀਲੀਆਂ ਹੋਈਆਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਜਾਣਕਾਰੀ ਦੇਣੀ ਹੈ ਜੀ। ਸੋ ਪਿਛਲੀ ਵਾਰੀ ਅਸੀਂ ਦੱਸੀ ਗੁਲਾਮ ਕਿਉਂ ਹੁੰਦਾ ਹੈ ਹਨਾ ਜੀ, ਔਰ ਐਤਕੀ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਹਾਂ ਉਹ ਇਹ ਹੈ ਕਿ ਈਸਟ ਇੰਡੀਆ ਕੰਪਨੀ ਦੀ ਭਾਰਤ ਵਿੱਚ ਪੇਸ਼ਕਦਮੀ ਕਦੋਂ ਤੇ ਕਿਵੇਂ ਤੇ ਕਿਉਂ ਹੁੰਦੀ ਹੈ ਜੀ। ਜੀ ਭੰਮ ਸਾਹਿਬ, ਜੇ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਭਾਰਤ ਗੁਲਾਮ ਕਿਉਂ ਹੋਇਆ, ਜਿਹੜੇ ਫੈਕਟਰਸ ਅਸੀਂ ਦੇਖੇ ਸੀ ਕਿਹੋ ਜਿਹੇ ਕੀ ਸਮਾਜਿਕ ਤੇ ਸਿਆਸੀ ਕਾਰਨ ਅਜਿਹੇ ਰਹੇ ਜੀ ਜਿਹਦੇ ਕਾਰਨ ਭਾਰਤ ਵਿਦੇਸ਼ੀ ਤਾਕਤਾਂ ਦਾ ਬਾਰ-ਬਾਰ ਗੁਲਾਮ ਬਣਦਾ ਰਿਹਾ, ਵਿਦੇਸ਼ੀ ਧਾੜਵੀਆਂ ਦਾ। ਸੋ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਜੇ ਅਸੀਂ ਪਿੱਛੋਂ ਗੱਲ ਸ਼ੁਰੂ ਕੀਤੀ ਜੀ ਗ੍ਰੀਕ ਧਾੜਵੀਆਂ ਤੋਂ, ਫਿਰ ਸੈਂਟਰਲ ਏਸ਼ੀਅਨ ਹਮਲਾਵਰਾਂ ਤੋਂ, ਤਾਂ ਫਿਰ ਉਹ ਜਿਹੜੀ ਕਥਾ ਹੈ ਉਹ ਕਾਫੀ ਲੰਬੀ ਜ਼ਿਆਦਾ ਹੋ ਜਾਵੇਗੀ ਜੀ। ਸੋ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਜਿਹੜੀ ਵੈਸਟਰਨ ਕੋਲੋਨਾਈਜੇਸ਼ਨ ਹੈ ਉਹਦੀ ਗੱਲ ਕਰਨੀ ਹੈ ਇਸ ਲੜੀ ਦੇ ਵਿੱਚ ਜੀ। ਬਿਲਕੁਲ। ਸੋ ਉਸ ਨੂੰ ਅੱਗੇ ਤੋਰਦਿਆਂ ਹੋਇਆਂ ਜਿਹੜੀ ਸਭ ਤੋਂ ਮਹੱਤਵਪੂਰਨ ਇੱਕ ਜਿਹੜੀ ਸ਼ੁਰੂਆਤ ਜਿਹੜੀ ਕੋਲੋਨਾਈਜੇਸ਼ਨ ਦੀ ਹਿੰਦੁਸਤਾਨ ਦੀ ਉਹ ਹੋਈ ਜੀ। ਉਹ ਕਿਉਂਕਿ ਜਿਹੜੀਆਂ ਵੈਸਟਰਨ ਤਾਕਤਾਂ ਸੀ, ਦੇਖੋ ਵੈਸਟ ਦੇ ਵਿੱਚ, ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਆ ਚੁੱਕਿਆ ਸੀ। ਉਹਨਾਂ ਨੇ ਇੰਡਸਟਰੀਅਲ ਪੱਧਰ ਦੇ ਉੱਤੇ ਉਹ ਪ੍ਰੋਡਕਸ਼ਨ ਕਰ ਰਹੇ ਸੀ। ਉਹਨਾਂ ਨੇ ਜਿਹੜੇ ਹਥਿਆਰ ਆ ਜਿਹੜੇ ਉਹ ਬਿਹਤਰ ਬਣਾ ਲਏ ਸੀ, ਉਹ ਵੀ ਇੰਡਸਟਰੀਅਲ ਪ੍ਰੋਡਕਸ਼ਨ ਉਹਨਾਂ ਦੀ ਚੱਲਦੀ ਸੀ, ਆਰਡੀਨੈਂਸ ਫੈਕਟਰੀਆਂ ਵਗੈਰਾ ਸਭ ਕੁਝ ਉੱਥੇ ਬਣ ਚੁੱਕਾ ਸੀ। ਸੋ ਏਡੇ ਵੱਡੇ ਪੱਧਰ ਤੇ ਜਿਹੜੀ ਇੰਡਸਟਰੀਅਲ ਪੱਧਰ ਤੇ ਜਿਹੜੀ ਪ੍ਰੋਡਕਸ਼ਨ ਹੋ ਰਹੀ ਸੀ, ਉਸ ਪ੍ਰੋਡਕਸ਼ਨ ਨੂੰ ਤੇ ਉਸ ਪ੍ਰੋਡਕਸ਼ਨ ਵਾਸਤੇ ਜਿਹੜਾ ਕੱਚਾ ਮਾਲ ਹੈ, ਰਿਸੋਰਸ, ਉਹ ਇਕੱਤਰ ਕਰਨ ਵਾਸਤੇ ਉਹਨਾਂ ਨੂੰ ਬਸਤੀਆਂ ਦੀ ਲੋੜ ਸੀ, ਜਿਹਨੂੰ ਅਸੀਂ ਕਾਲੋਨੀਜ਼ ਕਹਿੰਦੇ ਜੀ। ਤੋ ਫਿਰ ਵੈਸਟਰਨ ਤਾਕਤਾਂ ਦੇ ਵਿੱਚ ਇੱਕ ਹੋੜ ਲੱਗੀ ਸਾਰੀ ਦੁਨੀਆ ਦੇ ਵਿੱਚ ਬਸਤੀਆਂ ਤਲਾਸ਼ਣ ਦੀ ਤੇ ਗੁਲਾਮ ਬਣਾਉਣ ਦੀ, ਲੋਕਾਂ ਨੂੰ ਬਸਤੀਵਾਦੀ ਜਿਹੜੀ ਇੱਕ ਪੂਰੀ ਦੌਰ ਚੱਲਿਆ ਬਸਤੀਵਾਦ ਦਾ। ਉਹਦੇ ਵਿੱਚ ਫਰਾਂਸ, ਇੰਗਲੈਂਡ, ਠੀਕ ਹੈ ਜੀ, ਡੈਨਮਾਰਕ, ਸਪੇਨ, ਸਾਰੇ ਜਿੰਨੇ ਵੀ ਜਿਹੜੇ ਵੈਸਟਰਨ ਯੂਰਪੀਅਨ ਕੰਟਰੀਜ਼ ਹੈ ਉਹਨਾਂ ਨੇ ਆਪੋ ਆਪਣੇ, ਪੋਰਚੁਗਲ, ਇਹ ਸਾਰੀਆਂ ਵੱਡੀਆਂ ਕਲੋਨੀਅਲ ਪਾਵਰ ਸੀਗੀਆਂ। ਸੋ ਭਾਰਤ ਦੇ ਵਿੱਚ ਵੀ ਦੇਖੋ ਪੁਰਤਗਾਲੀ, ਫਰੈਂਚ ਤੇ ਜਿਹੜੇ ਇੰਗਲਿਸ਼ ਲੋਕ ਹੈ ਇਹਨਾਂ ਦੀ ਆਪਸ ਦੇ ਵਿੱਚ ਟਸਲ ਚੱਲੀ ਜੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਪੌਂਡੀਚੇਰੀ ਹੈ ਉਹ ਫਰੈਂਚ ਕਾਲੋਨੀ ਸੀ, ਗੋਆ ਪੋਰਚੁਗੀਜ਼ ਕਾਲੋਨੀ ਸੀ ਤੇ ਹਿੰਦੁਸਤਾਨ ਦਾ ਸਾਰਾ ਵੱਡਾ ਹਿੱਸਾ ਉਹ ਇੰਗਲੈਂਡ ਦੀ ਕਾਲੋਨੀ ਸੀ। ਸੋ ਇਹ ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਸਾਊਥ ਦੇ ਵਿੱਚ ਸਨ 1600 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਸਨੂੰ ਚਾਰਟਰ ਮਿਲਿਆ ਇੰਗਲੈਂਡ ਤੋਂ ਤੇ ਉਹਨੂੰ ਮੈਂਡੇਟ ਦਿੱਤਾ ਗਿਆ ਹਿੰਦੁਸਤਾਨ ਦੇ ਨਾਲ ਵਪਾਰ ਕਰਨ ਦਾ। ਬ੍ਰਿਟਿਸ਼ ਕਰਾਊਨ ਦੇ ਵੱਲੋਂ ਉਹਨੂੰ ਇੱਕ ਅਧਿਕਾਰ ਦਿੱਤਾ ਗਿਆ ਕੰਪਨੀ ਜੀ, ਸੋਲ ਰਾਈਟਸ ਜਿਹੜੀਆਂ ਹੁੰਦੀਆਂ ਨੇ, ਮੋਨੋਪੋਲੀ ਦਿੱਤੀ ਗਈ ਇੰਡੀਅਨ ਟ੍ਰੇਡ ਦੀ। ਉਹ ਟ੍ਰੇਡ ਕਰਦੇ ਕਰਦੇ ਉਹਨੇ ਪਹਿਲੀ ਜਿਹੜੀ ਟਸਲ ਹੈ ਉਹ ਇੰਗਲੈਂਡ ਤੇ ਫਰਾਂਸ ਦੇ ਵਿੱਚ, ਜਿਸ ਨੂੰ ਕਾਰਨੈਟਿਕ ਵਾਰਜ਼ ਵੀ ਕਹਿੰਦੇ ਆ,
ਉਹ ਸਾਊਥ ਦੇ ਵਿੱਚ ਚੱਲੀਆਂ, ਜਿੱਥੇ ਕਿ ਇੱਕ ਸਮੇਂ ਤੱਕ ਜਿਹੜੀ ਫ੍ਰੈਂਚ ਤਾਕਤ ਹੈ ਉਸ ਦਾ ਅਪਰ ਹੈਂਡ ਸੀ ਜੀ, ਕਿਉਂਕਿ ਇੱਕ ਵਾਰ ਇੰਗਲੈਂਡ ਤੇ ਫਰਾਂਸ ਦੇ ਵਿੱਚ ਯੂਰਪ 'ਚ ਚੱਲ ਰਹੀ ਸੀ। ਜਦ ਉਧਰ ਵਾਰ ਸ਼ੁਰੂ ਹੋ ਜਾਂਦੀ ਸੀ ਤਾਂ ਵਾਰ ਇੱਧਰ ਵੀ ਸ਼ੁਰੂ ਹੋ ਜਾਂਦੀ ਸੀ। ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਇੰਗਲੈਂਡ ਤੇ ਫਰਾਂਸ ਦੀਆਂ ਫੌਜਾਂ ਜਿਹੜੀਆਂ ਬੈਠੀਆਂ ਹੁੰਦੀਆਂ ਸੀ, ਉੱਥੇ ਉੱਥੇ ਵਾਰ ਸ਼ੁਰੂ ਹੋ ਜਾਂਦੀ ਸੀ। ਤੇ ਇਸੇ ਲੜੀ ਦੇ ਵਿੱਚ ਕਈ ਕਾਰਨੈਟਿਕ ਵਾਰਜ਼ ਹੋਈਆਂ, ਜਿਹਦੇ ਵਿੱਚ ਪਹਿਲਾਂ ਫਰਾਂਸ ਦਾ ਪਲੜਾ ਭਾਰੀ ਰਿਹਾ ਤੇ ਫਿਰ ਹੌਲੀ ਹੌਲੀ ਜਿਹੜੇ ਹਾਲਾਤ ਬਦਲਣ ਕਰਕੇ ਤੇ ਕੁਝ ਇੰਗਲਿਸ਼ ਜਿਹੜੇ ਜਨਰਲਸ ਹੈ ਉਹਨਾਂ ਦੀ ਕਹਿ ਸਕਦੇ ਹਾਂ ਵੀ ਸੂਝ-ਬੂਝ ਦੇ ਕਾਰਨ ਬਾਅਦ ਦੇ ਵਿੱਚ ਫਿਰ ਜਿਹੜਾ ਇੰਗਲੈਂਡ ਹੈ ਉਹ ਭਾਰੀ ਪੈ ਗਿਆ। ਇੱਕ ਫ੍ਰੈਂਚ ਜਨਰਲ ਜਿਹੜੇ ਸੀ ਡੁਪਲੇਈ ਜਿਹਨਾਂ ਨੂੰ ਕਿਹਾ ਜਾਂਦਾ ਸੀ, ਉਹ ਜਿੰਨਾ ਚਿਰ ਉਹ ਫ੍ਰੈਂਚ ਫੌਜਾਂ ਦੇ ਜਰਨੈਲ ਰਹੇ ਇੱਥੇ ਤੇ ਉਹਨਾਂ ਨੇ ਇੰਗਲੈਂਡ ਦੇ ਪੈਰ ਨਹੀਂ ਲੱਗਣ ਦਿੱਤੇ। ਬਾਅਦ ਦੇ ਵਿੱਚ ਕਿਸੇ ਸਿਆਸੀ ਕਾਰਨ ਵਾਸਤੇ ਉਹਨਾਂ ਨੂੰ ਫਰਾਂਸ ਵਾਪਸ ਬੁਲਾ ਲਿਆ ਗਿਆ। ਉਦੋਂ ਬਾਅਦ ਦੇ ਵਿੱਚ ਜਿਹੜਾ ਫਰਾਂਸ ਦਾ ਫਿਰ ਭਾਰਤ ਦੇ ਵਿੱਚ ਡਾਊਨਫਾਲ ਹੋ ਗਿਆ। ਪਰ ਈਸਟ ਇੰਡੀਆ ਕੰਪਨੀ ਨੇ ਅਹਿਸਾਸ ਕਰ ਲਿਆ, ਇੱਕ ਤਾਂ ਸਾਊਥ ਦੇ ਵਿੱਚ ਉਹਨਾਂ ਨੂੰ ਫਰਾਂਸ ਤੋਂ ਬਹੁਤ ਵੱਡੀ ਟੱਕਰ ਸੀ, ਹੋਰ ਕਲੋਨੀਅਲ ਤਾਕਤਾਂ ਦਾ ਵੀ ਖਤਰਾ ਸੀ, ਤੇ ਜਿਹੜੇ ਸਾਊਥ ਦੇ ਜਿਹੜੇ ਸੂਬੇ ਹੈ ਉਹ ਇੰਨੇ ਸੰਪੰਨ ਨਹੀਂ ਸੀ ਕਿ ਉਹ ਇੱਕ ਲਾਂਚ ਪੈਡ ਬਣ ਸਕਣ, ਇੱਕ ਜ਼ਰੀਆ ਬਣ ਸਕਣ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਦਾ। ਸੋ ਉਹਦਾ ਹੱਲ ਈਸਟ ਇੰਡੀਆ ਕੰਪਨੀ ਕੀ ਲੱਭਦੀ ਹੈ, ਉਹ ਫਿਰ ਬੰਗਾਲ ਦੀ ਤਰਫ ਤੋਂ ਜਿਹੜੀ ਆਪਣੀ ਐਂਟਰੀ ਹੈ ਹਿੰਦੁਸਤਾਨ ਦੇ ਵਿੱਚ ਬਸਤੀਵਾਦ ਸ਼ੁਰੂ ਬੰਗਾਲ ਦੇ ਪਾਸਿਓਂ ਕਰਦੇ ਆ। ਇੱਕ ਤਾਂ ਇਹ ਕਾਰਨ ਸੀ ਕਿ ਬੰਗਾਲ ਸਭ ਤੋਂ ਅਮੀਰ ਸੂਬਾ ਸੀ। ਬੰਗਾਲ ਦੇ ਵਿੱਚ ਅੱਜ ਦੇ ਬੰਗਾਲ, ਬਿਹਾਰ, ਉੜੀਸਾ ਤੇ ਕੁਝ ਹਿੱਸੇ ਉੱਤਰ ਪ੍ਰਦੇਸ਼ ਦੇ ਵੀ ਇਹ ਬੰਗਾਲ ਦੇ ਵਿੱਚ ਆਉਂਦੇ ਸੀ ਉਸ ਸਮੇਂ। ਤੇ ਬੰਗਾਲ ਦਾ ਸੂਬੇਦਾਰ ਹੋਇਆ ਕਰਦਾ ਸੀ, ਜਿਸ ਦੇ ਵਿੱਚ ਜਿਹੜਾ ਔਰੰਗਜ਼ੇਬ ਦਾ ਬੇਟਾ ਸ਼ਾਹ ਸੂਜਾ, ਉਹ ਜਿਹੜਾ ਸੀਗਾ ਉਹ ਬੰਗਾਲ ਦਾ ਸੂਬੇਦਾਰ ਸੀ। ਉਸ ਦੇ ਸਮੇਂ ਤੋਂ ਉਹਨਾਂ ਨੇ ਥੋੜੀ ਥੋੜੀ ਆਪਣੀ ਉਸ ਤੋਂ ਇਜਾਜ਼ਤ ਲਈ ਫੈਕਟਰੀ ਬਣਾਉਣ ਦੀ। ਸੋ 3 ਪਿੰਡ ਜਿਹੜੇ ਹੈ ਉਹ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੇ ਵਿੱਚ ਦਿੱਤੇ ਗਏ, ਜਿਸ ਦੇ ਵਿੱਚੋਂ ਇੱਕ ਪਿੰਡ ਦਾ ਨਾਮ ਸੀ ਕੈਲੀਕਾਟਾ। ਓਕੇ। ਉਹਨਾਂ 3 ਪਿੰਡਾਂ ਦੇ ਉੱਤੇ ਉਹਨਾਂ ਨੇ ਆਪਣੀ ਇੱਕ ਫੈਕਟਰੀ ਬਣਾਈ, ਜਿਹੜੀ ਕਿ ਫੈਕਟਰੀ ਬਾਅਦ ਦੇ ਵਿੱਚ ਹੌਲੀ ਹੌਲੀ ਫੋਰਟ ਵਿਲੀਅਮ ਦਾ ਰੂਪ ਲੈ ਗਈ। ਫੋਰਟ ਵਿਲੀਅਮ ਫਿਰ ਕਹਿ ਲਓ ਵੀ ਹੌਲੀ ਹੌਲੀ ਅੱਜ ਦੇ ਕਲਕੱਤੇ ਦਾ ਰੂਪ ਲੈ ਗਿਆ। ਫੋਰਟ ਵਿਲੀਅਮ ਉਹਨਾਂ ਨੇ ਬਣਾਇਆ ਉੱਥੇ। ਅਲੀ ਵਰਦੀ ਖਾਨ ਉਸ ਸਮੇਂ ਜਿਹੜਾ ਸੀਗਾ ਬੰਗਾਲ ਦਾ ਸੂਬੇਦਾਰ ਸੀ। ਉਹ ਅਲੀ ਵਰਦੀ ਖਾਨ ਦੇ ਉੱਤੇ ਮਰਾਠੇ ਵੀ ਹਮਲੇ ਕਰਦੇ ਸੀ ਤੇ ਕਈ ਹੋਰ ਇੰਟਰਨਲ ਜਿਹੜੇ ਕੌਨਫਲਿਕਟ ਚੱਲਦੇ ਸੀ, ਉਹਦਾ ਬਹਾਨਾ ਲੈ ਕੇ ਈਸਟ ਇੰਡੀਆ ਕੰਪਨੀ ਨੇ ਆਪਣੀ ਜਿਹੜੀ ਸੈਟਲਮੈਂਟ ਸੀ ਫੋਰਟ ਵਿਲੀਅਮ ਦੀ, ਉਹਨੂੰ ਫੋਰਟੀਫਾਈ ਕਰ ਲਿਆ, ਉਹਦੀ ਮੋਰਚਾਬੰਦੀ ਉੱਥੇ ਕਰ ਲਈ। ਤੇ ਜਿਸ ਦਾ ਅਲੀ ਵਰਦੀ ਖਾਨ ਨੇ ਖਤਰਾ ਤਾਂ ਮਹਿਸੂਸ ਕੀਤਾ, ਪਰ ਉਹ ਕੁਝ ਕਰ ਨਹੀਂ ਸੀ ਸਕਦਾ ਉਸ ਸਮੇਂ, ਕਿਉਂਕਿ ਉਸ ਦੀਆਂ ਵੀ ਮਜਬੂਰੀਆਂ ਸੀ। ਜ਼ਿਆਦਾ ਫਰੰਟ ਨਹੀਂ ਖੋਲ ਸਕਦਾ ਸੀ ਕਿਉਂਕਿ ਉਹ ਮਰਾਠਿਆਂ ਤੋਂ ਬਹੁਤ ਪਰੇਸ਼ਾਨ ਸੀ। ਉਸ ਸਮੇਂ ਮਰਾਠੇ ਬੰਗਾਲ ਦੇ ਉੱਤੇ ਹਮਲਾ ਕਰ ਰਹੇ ਸੀ ਬਾਰ-ਬਾਰ। ਜੀ। ਸੋ ਅਲੀ ਵਰਦੀ ਖਾਨ ਦਾ ਸਮਾਂ ਲੰਘ ਜਾਂਦਾ ਹੈ, ਫਿਰ ਸਮਾਂ ਆਉਂਦਾ ਹੈ ਅਲੀ ਵਰਦੀ ਖਾਨ ਦਾ ਜਿਹੜਾ ਪੋਤਾ ਹੈ ਸਿਰਾਜੂਦੌਲਾ, ਉਹ ਨਵਾਬ ਬਣਦਾ ਹੈ ਤੇ ਬੰਗਾਲ ਦੀ ਰਾਜਧਾਨੀ ਹੁੰਦੀ ਹੈ ਮੁਰਸ਼ਿਦਾਬਾਦ। ਜਿਹੜਾ ਫੋਰਟ ਵਿਲੀਅਮ ਹੈ ਉਹ ਇੱਕ ਬ੍ਰਿਟਿਸ਼ ਸੈਟਲਮੈਂਟ ਹੁੰਦੀ ਹੈ। ਉਹ ਜਿਹੜੇ ਬ੍ਰਿਟਿਸ਼ ਵੀ ਹੈ ਉਸ ਵੀ ਈਸਟ ਇੰਡੀਆ ਕੰਪਨੀ ਵੀ ਕਾਫੀ ਕੌਨਫੀਡੈਂਸ ਦੇ ਵਿੱਚ ਉਸ ਸਮੇਂ ਤੱਕ ਆਈ ਹੁੰਦੀ ਹੈ ਤੇ ਉਹ ਸਿਰਾਜੂਦੌਲਾ ਦੀ ਜਿਹੜੀ ਹੁਕਮਦੁਲੀ ਹੈ ਉਹ ਕਰਨੀ ਸ਼ੁਰੂ ਕਰ ਦਿੰਦੇ ਆ। ਉਸ ਦੇ ਬਦਲੇ ਫਿਰ ਸਿਰਾਜੂਦੌਲਾ ਕੀ ਕਰਦਾ ਹੈ, ਉਹਦੇ ਕੋਲ ਕੋਈ ਹੋਰ ਜਦ ਹੱਲ ਨਹੀਂ ਬਚਦਾ, ਉਹ ਫੋਰਟ ਵਿਲੀਅਮ ਤੇ ਹਮਲਾ ਕਰਦਾ ਹੈ ਤੇ ਬੜੀ ਆਸਾਨੀ ਦੇ ਨਾਲ ਅੰਗਰੇਜ਼ਾਂ ਨੂੰ ਉੱਥੋਂ ਫੋਰਟ ਵਿਲੀਅਮ ਚੋਂ ਭਜਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਉਹ ਹੁਗਲੀ ਦਰਿਆ ਦੇ ਰਾਹੀਂ ਉੱਥੋਂ ਭੱਜ ਜਾਂਦੇ ਆ। ਉਹ ਆਪਣੇ ਇੱਕ ਅਫਸਰ ਨੂੰ ਜਿਹੜਾ ਫੋਰਟ ਵਿਲੀਅਮ ਸੰਭਾਲ ਦਿੰਦਾ ਹੈ ਤੇ ਖੁਦ ਮੁਰਸ਼ਿਦਾਬਾਦ ਚਲਿਆ ਜਾਂਦਾ ਹੈ ਤੇ ਉੱਥੇ ਫਿਰ ਜਸ਼ਨ ਮਨਾਏ ਜਾਂਦੇ ਨੇ ਈਸਟ ਇੰਡੀਆ ਕੰਪਨੀ ਨੂੰ ਹਰਾਉਣ ਦੇ। ਪਰ ਉਹ ਜਿਹੜੀ ਜਿੱਤ ਹੈ ਉਹ ਬੜੀ ਸ਼ਾਰਟ ਲਿਵਡ ਖੁਸ਼ੀ ਸੀ ਸਿਰਾਜੂਦੌਲਾ ਦੇ ਲਈ, ਬੜੀ ਛੋਟੀ ਜਿੱਤ ਸੀ। ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਜਿਹੜੀ ਈਸਟ ਇੰਡੀਆ ਕੰਪਨੀ ਕੋਲ ਜਦ ਮਦਰਾਸ ਖਬਰ ਪਹੁੰਚਦੀ ਹੈ
ਫਿਰ ਮਦਰਾਸ ਤੋਂ ਇੱਕ ਬੜੇ ਕਾਬਲ ਅਫਸਰ ਜਿਸ ਦਾ ਨਾਮ ਰਾਬਰਟ ਕਲਾਈਵ ਸੀ, ਜਿਸ ਨੂੰ ਸਰ ਰਾਬਰਟ ਕਲਾਈਵ ਵੀ ਬਾਅਦ ਦੇ ਵਿੱਚ ਕਿਹਾ ਗਿਆ, ਜਿਹੜਾ ਕਿ ਇੱਕ ਕਲਰਕ ਦੇ ਤੌਰ ਉੱਤੇ ਈਸਟ ਇੰਡੀਆ ਕੰਪਨੀ 'ਚ ਆਇਆ ਸੀ ਤੇ ਕਈ ਵਾਰ ਸੁਸਾਈਡ ਅਟੈਂਪਟ ਕਰ ਚੁੱਕਿਆ ਸੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਾਉਣ ਤੋਂ ਪਹਿਲਾਂ। ਉਸ ਦੀ ਕਮਾਂਡ ਹੇਠ ਰਾਬਰਟ ਕਲਾਈਵ, ਜਿਹੜਾ ਪਹਿਲਾ ਗਵਰਨਰ ਜਨਰਲ ਵੀ ਭਾਰਤ ਦਾ ਬਣਿਆ, ਗਵਰਨਰ ਜਨਰਲ ਆਫ ਬੰਗਾਲ ਬਣਿਆ, ਗਵਰਨਰ ਜਨਰਲ ਆਫ ਇੰਡੀਆ ਦਾ ਚਲੋ ਬਾਅਦ ਦੇ ਵਿੱਚ ਟਾਈਟਲ ਚੇਂਜ ਕੀਤਾ ਗਿਆ, ਯਾਨੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਇੰਗਲੈਂਡ ਦੇ UK ਦੇ ਪੈਰ ਲਵਾਉਣ ਵਾਲਾ ਰਾਬਰਟ ਕਲਾਈਵ ਸੀ ਭਾਰਤ ਦੇ ਵਿੱਚ। ਰਾਬਰਟ ਕਲਾਈਵ ਹੈ ਜਿਹੜਾ ਫਿਰ ਉਹ ਹਮਲਾ ਕਰਦਾ ਹੈ। ਉਹ ਕੂਟਨੀਤੀ ਕੀ ਅਪਣਾਉਂਦਾ ਹੈ, ਉਹ ਲੜਾਈ ਤੋਂ ਪਹਿਲਾਂ ਹੀ ਜਿਹੜਾ ਤਾਂ ਇੱਕ ਉਹਨੇ ਆਪਣਾ ਬਣਾਇਆ ਹੋਇਆ ਸੀ ਇੰਚਾਰਜ ਕਲਕੱਤੇ ਸ਼ਹਿਰ ਦਾ, ਫੋਰਟ ਵਿਲੀਅਮ ਦਾ, ਉਸ ਨੂੰ ਖਰੀਦ ਲੈਂਦਾ ਹੈ। ਮੀਰ ਜਾਫਰ, ਹੁਣ ਦੇਖੋ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਨੈਗੇਟਿਵ ਕਿਰਦਾਰ ਹੈ, ਜਿਹੜਾ ਜੇ ਗਦਾਰ ਨੂੰ ਮੀਰ ਜਾਫਰ ਕਿਹਾ ਜਾਂਦਾ ਹੈ। ਮੀਰ ਜਾਫਰ ਜਿਹੜਾ ਕਿ ਉਹਦਾ ਕਮਾਂਡਰ ਇਨ ਚੀਫ ਸੀ ਸਿਰਾਜੁਦੌਲਾ ਦਾ, ਬੜਾ ਯੰਗ ਨਵਾਬ ਸੀ ਸਿਰਾਜੁਦੌਲਾ, 22-23 ਸਾਲ ਦੀ ਉਹਦੀ ਉਮਰ ਸੀ। ਉਹਦਾ ਜਿਹੜਾ ਫੌਜਾਂ ਦਾ ਇੰਚਾਰਜ ਸੀ ਮੀਰ ਜਾਫਰ, ਉਹਨੂੰ ਖਰੀਦ ਲੈਂਦਾ ਹੈ। ਓਮੀ ਚੰਦ ਜਿਹੜਾ ਉਹਨੂੰ ਖਰੀਦ ਲੈਂਦਾ ਹੈ, ਜਿਹੜਾ ਵੱਡਾ ਇੱਕ ਧਨਾੜ ਜਿਹੜਾ ਸੇਠ ਹੁੰਦਾ ਹੈ, ਉਹਨੂੰ ਵੀ ਖਰੀਦ ਲੈਂਦਾ ਹੈ। ਉਹ ਸਾਰੀ ਮੋਰਚਾਬੰਦੀ ਕੂਟਨੀਤਿਕ ਤੌਰ ਤੇ ਪਹਿਲਾਂ ਹੀ ਸਿਰਾਜੁਦੌਲਾ ਦੇ ਖਿਲਾਫ ਹੋ ਜਾਂਦੀ ਹੈ। ਸੋ ਇੱਕ ਬੜੀ ਛੋਟੀ ਟੁਕੜੀ ਨੂੰ ਫਿਰ ਫੋਰਟ ਵਿਲੀਅਮ ਤੋਂ ਲੈ ਕੇ ਜਿਹੜਾ ਰਾਬਰਟ ਕਲਾਈਵ ਹੈ ਉਹ ਪੇਸ਼ਕਦਮੀ ਮੁਰਸ਼ਿਦਾਬਾਦ ਦੇ ਵੱਲ ਕਰਦਾ ਹੈ ਤੇ ਨਵਾਬ ਦੇ ਕੋਲ ਹੁੰਦੀ ਹੈ 50,000 ਦੀ ਫੌਜ। ਤੇ ਉਹ ਕਿਸੇ ਵੀ ਮਾਮਲੇ 'ਚ ਈਸਟ ਇੰਡੀਆ ਕੰਪਨੀ ਤੋਂ ਘੱਟ ਨਹੀਂ ਸੀ ਫੌਜ। ਤੇ ਉੱਥੇ ਪੰਮ ਸਾਹਿਬ ਫਿਰ ਇੱਕ ਲੜਾਈ ਹੁੰਦੀ ਹੈ, ਜਿਹੜੀ ਦਾ ਵੈਸੇ ਲੜਾਈ ਦੇ ਤੌਰ ਤੇ ਦੇਖੀ ਤਾਂ ਬੜੀ ਛੋਟੀ ਜਿਹੀ ਲੜਾਈ ਸੀ, ਚੰਦ ਬੰਦੇ ਉਸ ਦੇ ਵਿੱਚ ਮਰੇ, ਪਰ ਭਾਰਤ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਉਹ ਜਿਹੜਾ ਮੈਦਾਨ ਹੈ ਉਹ ਦਿੰਦਾ। ਉਸ ਨੂੰ ਕਿਹਾ ਜਾਂਦਾ ਬੈਟਲ ਆਫ ਪਲਾਸੀ, ਪਲਾਸੀ ਦਾ ਯੁੱਧ। ਹਾਲਾਂਕਿ ਉਹ ਯੁੱਧ ਬੜਾ ਸਕਿਰਮਿਸ਼ ਛੋਟਾ ਜਿਹਾ ਯੁੱਧ ਸੀਗਾ ਇੱਕ, ਜਿਸ ਦੇ ਵਿੱਚ ਇੱਕ ਪਾਸੇ ਤਾਂ ਨਵਾਬ ਸਿਰਾਜੁਦੌਲਾ ਤੇ ਦੂਸਰੇ ਪਾਸੇ ਰਾਬਰਟ ਕਲਾਈਵ। ਉਸ ਦੇ ਵਿੱਚ ਹੁੰਦਾ ਕੀ ਹੈ ਕਿ ਪਹਿਲਾਂ ਜਿਹੜੀ ਨਵਾਬ ਦੀ ਫੌਜ ਹੈ ਉਹ ਹਮਲਾ ਕਰਦੀ ਹੈ ਈਸਟ ਇੰਡੀਆ ਕੰਪਨੀ ਤੇ, ਭਾਰੀ ਨੁਕਸਾਨ ਈਸਟ ਇੰਡੀਆ ਕੰਪਨੀ ਦਾ ਕਰਦੀ ਹੈ ਤੇ ਪਿੱਛੇ ਉਹਨਾਂ ਨੂੰ ਹਟਣ ਨੂੰ ਮਜਬੂਰ ਕਰ ਦਿੰਦੀ ਹੈ। ਪਰ ਉਹਦੇ ਵਿੱਚ ਜਿਹੜਾ ਇੱਕ ਜਰਨੈਲ ਜਿਹੜਾ ਵਫਾਦਾਰ ਨਵਾਬ ਦਾ, ਉਹ ਮਾਰਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਮੀਰ ਜਾਫਰ ਹੈ ਕਮਾਂਡਰ ਇਨ ਜਨਰਲ, ਉਹੀ ਨਵਾਬ ਨੂੰ ਡਰਾ ਦਿੰਦਾ ਹੈ, ਝੂਠੀ ਅਫਵਾਹ ਫੈਲਾ ਦਿੰਦਾ ਹੈ ਕਿ ਫੌਜ ਦਾ ਨੁਕਸਾਨ ਹੋ ਗਿਆ, ਕਿ ਤੁਸੀਂ ਪਿੱਛੇ ਹਟ ਜਾਓ। ਨਵਾਬ ਜਿਹੜਾ ਸੀਗਾ ਯੰਗ ਸੀ, ਇਨਐਕਸਪੀਰੀਅੰਸ ਸੀ, ਉਹ ਆਪਣੇ ਹੱਥੋਂ ਧੋਖਾ ਖਾ ਕੇ ਉਹ ਮੁਰਸ਼ਿਦਾਬਾਦ ਚਲਿਆ ਜਾਂਦਾ ਤੇ ਪਿੱਛੋਂ ਜਿਹੜੀ ਉਹਦੀ ਸਾਰੀ ਫੌਜ ਹੈ ਉਹਨੂੰ ਮੀਰ ਜਾਫਰ ਲੜਦਾ ਹੀ ਨਹੀਂ, ਮੈਦਾਨ ਦੇ ਵਿੱਚ ਉਤਰਦਾ ਹੀ ਨਹੀਂ, ਫੌਜ ਨੂੰ ਲੈ ਕੇ ਇੱਕ ਪਾਸੇ ਹੋ ਜਾਂਦਾ ਤੇ ਜਿਹੜੇ ਨਵਾਬ ਦੇ ਵਫਾਦਾਰ ਹੁੰਦੇ ਆ ਉਹ ਈਸਟ ਇੰਡੀਆ ਕੰਪਨੀ ਦੇ ਹੱਥੋਂ ਮਾਰੇ ਜਾਂਦੇ। ਇਸ ਤਰ੍ਹਾਂ ਜਿਹੜਾ ਪਲਾਸੀ ਦਾ ਮੈਦਾਨ ਹੈ ਉਹ ਈਸਟ ਇੰਡੀਆ ਕੰਪਨੀ ਤੇ ਰਾਬਰਟ ਕਲਾਈਵ ਜਿੱਤ ਕੇ ਉਹ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਫਿਰ ਨਵਾਂ ਮੋੜ ਦੇਣ ਦੇ ਵਿੱਚ ਤੇ ਕੰਪਨੀ ਦੀ ਜਿਹੜੀ ਚੜ੍ਹਤ ਹੈ ਉਹ ਫਿਰ ਉੱਤਰ ਭਾਰਤ ਦੇ ਵਿੱਚ ਉੱਥੋਂ ਉਹਦੀ ਸ਼ੁਰੂਆਤ ਹੁੰਦੀ ਹੈ। ਜੀ ਗਿੱਲ ਸਾਹਿਬ, ਜਿਹੜੇ ਪਲਾਸੀ ਦੇ ਯੁੱਧ ਤੋਂ ਬਾਅਦ ਜਿਹੜੀ ਪਕੜ ਅਸੀਂ ਕਹਿ ਸਕਦੇ ਪੂਰੇ ਹਿੰਦੁਸਤਾਨ ਵਾਲੇ ਪਾਸੇ ਨੂੰ ਜਿਹੜੀ ਹੈ ਉਹ ਈਸਟ ਇੰਡੀਆ ਕੰਪਨੀ ਕਿਵੇਂ ਜਿਹੜੀ ਹੈ ਉਹ ਅਗਰਸਰ ਹੁੰਦੀ ਹੈ ਔਰ ਉਹਦੀ ਪਕੜ ਮਜ਼ਬੂਤ ਹੁੰਦੀ ਹੈ। ਬੈਟਲ ਆਫ ਪਲਾਸੀ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਦਰਅਸਲ ਜੋ ਮੀਰ ਜਾਫਰ ਨੇ ਸੋਚਿਆ ਸੀ ਵੀ ਈਸਟ ਇੰਡੀਆ ਕੰਪਨੀ ਦੀ ਮਦਦ ਦੇ ਨਾਲ ਵੀ ਮੈਂ ਨਵਾਬ ਬਣੂੰਗਾ ਬੰਗਾਲ ਦਾ, ਨਵਾਬ ਤਾਂ ਉਹਨਾਂ ਨੇ ਬਣਾਤਾ ਗੱਦੀ ਤੇ, ਪਰ ਉਹ ਇੱਕ ਡੂਅਲ ਸਿਸਟਮ ਆਫ ਗਵਰਨੈਂਸ ਲੈ ਕੇ ਆਏ ਜਿਹਦੇ ਵਿੱਚ ਜਿਹੜਾ ਨਵਾਬ ਸੀ ਉਹ ਸਿਰਫ ਇੱਕ ਕਠਪੁਤਲੀ ਸੀ। ਇੰਨੀ ਉਹਨਾਂ ਨੇ ਤਾਕਤ ਆਪਣੀ ਵਧਾ ਲਈ। ਉੱਥੋਂ ਜਿਹੜੇ ਫ੍ਰੈਂਚ ਆਪਣੇ ਕੰਪੈਟੀਟਰ ਸੀ ਉਹ ਉਹਨਾਂ ਦੇ ਕਹਿਣ ਦੇ ਮੀਰ ਜਾਫਰ ਨੇ ਉਹਨਾਂ ਦੀ ਸਪੋਰਟ ਲੈਣ ਦੇ ਵਾਸਤੇ ਜੋ ਕਹਿੰਦੇ ਗਏ ਉਹ ਕਰਦਾ ਗਿਆ। ਅਖੀਰ ਦੇ ਵਿੱਚ ਫਿਰ ਉਹਨੂੰ ਪਤਾ ਲੱਗਿਆ ਕਿ ਜਿਹੜਾ ਚਾਬੀ ਵਾਲਾ ਖਰਗੋਸ਼ ਸੀ ਉਹਨੂੰ ਜਦੋਂ ਉਹਦੀਆਂ ਅੱਖਾਂ ਖੋਲੀਆਂ ਤਾਂ ਉਹ ਬਹੁਤ ਲੇਟ ਹੋ ਚੁੱਕਿਆ ਸੀ, ਕਿਉਂਕਿ ਬੰਗਾਲ ਨੂੰ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹ ਬੁਰੀ ਤਰ੍ਹਾਂ ਲੁੱਟ ਰਹੀ ਸੀ। ਟ੍ਰੇਡ, ਫ੍ਰੀ ਟ੍ਰੇਡ, ਉਹਨਾਂ ਨੇ ਟੈਕਸ ਆਪਣੇ ਦੇਣੇ ਵੀ ਬੰਦ ਕਰਤੇ ਸੀਗੇ। ਜਿਹੜਾ ਰਾਬਰਟ ਕਲਾਈਵ ਸੀ ਉਹ ਨਿੱਜੀ ਤੌਰ ਤੇ ਬਹੁਤ ਮੋਟੀ ਕਰਪਸ਼ਨ ਕਰ ਰਿਹਾ ਸੀ। ਈਸਟ ਇੰਡੀਆ ਕੰਪਨੀ ਨੂੰ ਤਾਂ ਨਜ਼ਰਾਨਾ ਦੇਣਾ ਹੀ ਪੈਂਦਾ ਸੀ,
ਜਿਹੜਾ ਅਲੱਗ ਤੋਂ ਨਜ਼ਰਾਨਾ ਕਰੀਬ $2 ਲੱਖ ਦਾ, ਜਿਹੜਾ 2 ਲੱਖ ਪਾਉਂਡ ਦਾ ਉਹਨਾਂ ਸਮਿਆਂ ਦੇ ਵਿੱਚ, ਉਹ ਨਵਾਬ ਨੇ ਰਾਬਰਟ ਕਲਾਈਵ ਨੂੰ ਦਿੱਤਾ, ਜਿਸ ਦੇ ਬਾਅਦ ਵਿੱਚ ਕਰਪਸ਼ਨ ਦੇ ਵੱਡੇ ਇਲਜ਼ਾਮ ਰਾਬਰਟ ਕਲਾਈਵ ਦੇ ਉੱਤੇ ਇੰਗਲੈਂਡ ਜਾਣ ਤੋਂ ਬਾਅਦ ਵੀ ਲੱਗੇ ਸੀ। ਇੱਕ ਬੜੀ ਮੈਂ ਸਮਝਦਾ ਵੀ ਸ਼ਰਮਨਾਕ ਜ਼ਿੰਦਗੀ ਉਸਦੀ ਇੰਗਲੈਂਡ ਦੇ ਵਿੱਚ ਰਹੀ, ਬਾਅਦ ਦੇ ਵਿੱਚ ਜ਼ਿਲਤ ਭਰੀ। ਇਹ ਸਭ ਕਰਪਸ਼ਨ ਉੱਥੇ ਫੈਲ ਗਈ। ਮੀਰ ਜਾਫਰ ਨੇ ਜਦ ਤੱਕ ਇਹ ਗੱਲ ਦਾ ਅਹਿਸਾਸ ਕੀਤਾ, ਮੀਰ ਜਾਫਰ ਨੇ ਮਾੜਾ ਮੋਟਾ ਉਹਨਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਈਸਟ ਇੰਡੀਆ ਕੰਪਨੀ ਨੂੰ। ਉਹਨਾਂ ਨੇ ਫਿਰ ਉਹਨੂੰ ਗੱਦੀਓਂ ਲਾ ਕੇ ਮੀਰ ਕਾਸਿਮ ਨੂੰ ਬਿਠਾ ਦਿੱਤਾ ਗੱਦੀ ਤੇ। ਜਿਹੜਾ ਮੀਰ ਕਾਸਿਮ ਸੀ ਭੰਮ ਸਾਹਿਬ, ਉਹ ਇੱਕ ਬੜਾ ਕਾਬਿਲ ਨਵਾਬ ਸੀ। ਉਸ ਦੀ ਬਦਕਿਸਮਤੀ ਇਹ ਸੀ ਕਿ ਜਦੋਂ ਤੱਕ ਉਹ ਨਵਾਬ ਬਣਿਆ, ਗੱਦੀ ਤੇ ਬੈਠਿਆ, ਉਦੋਂ ਤੱਕ ਜਿਹੜੇ ਹਾਲਾਤ ਹੈ ਉਹ ਨਵਾਬ ਦੇ ਹੱਥੋਂ ਜਾ ਚੁੱਕੇ ਸੀ। ਉਸਨੇ ਕੋਸ਼ਿਸ਼ਾਂ ਕੀਤੀਆਂ ਈਸਟ ਇੰਡੀਆ ਕੰਪਨੀ ਨੂੰ ਲੈਣ ਤੇ ਲੈ ਕੇ ਆਉਣ ਦੀਆਂ, ਉਹਨਾਂ ਤੇ ਕੰਟਰੋਲ ਕਰਨ ਦੀਆਂ, ਜਾਂ ਆਪਣੇ ਫਾਈਨੈਂਸਿਸ ਸੁਧਾਰਨ ਦੀਆਂ, ਐਡਮਿਨਿਸਟ੍ਰੇਸ਼ਨ ਸੁਧਾਰਨ ਦੀਆਂ, ਪਰ ਉਹ ਬਹੁਤ ਦੇਰੀ ਹੋ ਚੁੱਕੀ ਸੀ। ਅਖੀਰਲਾ ਹਥਿਆਰ ਜਿਹੜਾ ਉਹਨੇ ਵਰਤਿਆ, ਉਹਨੇ ਕੀ ਕੀਤਾ ਕਿ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਫ੍ਰੀ ਟ੍ਰੇਡ ਕਰਦੀ ਹੈ, ਉਹਨੇ ਜਿਹੜਾ ਟੈਕਸ ਸੀ ਸਭ ਦੇ ਲਈ ਖਤਮ ਕਰ ਦਿੱਤਾ, ਤਾਂ ਕਿ ਕੰਪਨੀ ਨਜਾਇਜ਼ ਫਾਇਦਾ ਨਾ ਚੱਕੇ। ਉਹਨੇ ਟ੍ਰੇਡ ਹੀ ਫ੍ਰੀ ਕਰ ਦਿੱਤਾ ਸਾਰਾ। ਉਸ ਤੋਂ ਬਾਅਦ ਫਿਰ ਜਿਹੜੀ ਸਨ 1765 ਦੇ ਵਿੱਚ ਮੀਰ ਕਾਸਿਮ ਅਵਧ ਦਾ ਨਵਾਬ ਦੇ ਨਾਲ ਜਿਹੜੇ ਦਿੱਲੀ ਦਾ ਮੁਗਲ ਜਿਹੜਾ ਬਾਦਸ਼ਾਹ, ਉਹ ਇੱਕ ਪਾਸੇ ਖੜੇ ਨਜ਼ਰ ਆਉਂਦੇ ਨੇ, ਇੱਕ ਪਾਸੇ ਈਸਟ ਇੰਡੀਆ ਕੰਪਨੀ, ਜਿਹਨੂੰ ਕਿਹਾ ਗਿਆ ਬੈਟਲ ਆਫ ਬਕਸਰ, ਬਕਸਰ ਬਿਹਾਰ ਦੇ ਵਿੱਚ। ਉੱਥੇ ਲੜਾਈ ਹੁੰਦੀ ਹੈ ਤੇ ਉੱਥੇ ਈਸਟ ਇੰਡੀਆ ਕੰਪਨੀ ਹੈ ਜਿਹੜੀ ਉਹ ਮੈਦਾਨ ਫਤਿਹ ਕਰਦੀ ਹੈ। ਕੂਟਨੀਤੀ ਦੇ ਨਾਲ ਨਹੀਂ, ਬਲਕਿ ਆਪਣੇ ਜੰਗੀ ਜੌਹਰਾਂ ਦੇ ਨਾਲ, ਸੁਪੀਰੀਅਰ ਜਿਹੜੀ ਆਰਮਜ਼ ਨੇ ਉਹਨਾਂ ਕੋਲ, ਉਹਨਾਂ ਦੀ ਮਦਦ ਦੇ ਨਾਲ। ਉਸ ਤੋਂ ਬਾਅਦ ਫਿਰ ਜਿਹੜੀ ਈਸਟ ਇੰਡੀਆ ਕੰਪਨੀ ਦਾ ਸਾਰੇ ਕਹਿ ਲਓ ਨਾਰਥ ਇੰਡੀਆ ਦੇ ਉੱਤੇ, ਇਲਾਹਾਬਾਦ ਤੱਕ ਜਿਹੜਾ ਉਹਨਾਂ ਦਾ ਇਨਫਲੂਐਂਸ ਆ ਜਾਂਦਾ ਹੈ। ਅਵਧ ਦਾ ਜਿਹੜਾ ਅੱਧਾ ਅਵਧ ਹੈ ਉਹ ਈਸਟ ਇੰਡੀਆ ਕੰਪਨੀ ਕੋਲ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਬੰਗਾਲ ਦਾ ਨਵਾਬ ਹੈ ਜਾਂ ਅਵਧ ਦਾ ਨਵਾਬ ਹੈ, ਉਹ ਫਿਰ ਕਦੇ ਵੀ ਈਸਟ ਇੰਡੀਆ ਕੰਪਨੀ ਦੇ ਖਿਲਾਫ ਕਦੇ ਵੀ ਸਿਰ ਨਹੀਂ ਚੱਕਦੇ। ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਉਹ ਸ਼ਾਹ ਆਲਮ II, ਸਲਤਨਤੇ ਸ਼ਾਹ ਆਲਮ ਜੁਸ ਦਿੱਲੀ ਤਾ ਪਾਲਮ, ਜਿਹਦਾ ਰਾਜ ਪਾਲਮ ਤੱਕ ਰਹਿ ਗਿਆ ਸੀ, ਉਹ ਈਸਟ ਇੰਡੀਆ ਕੰਪਨੀ ਦਾ ਪੈਨਸ਼ਨਰ ਬਣ ਜਾਂਦਾ ਹੈ। ਦਿੱਲੀ ਦਾ ਬਾਦਸ਼ਾਹ ਈਸਟ ਇੰਡੀਆ ਕੰਪਨੀ ਦਾ ਪੈਨਸ਼ਨਰ ਬਣ ਜਾਂਦਾ ਇੱਕ ਬ੍ਰਿਟਿਸ਼ ਕੰਪਨੀ ਦਾ। ਤੇ ਉਹ ਉਸ ਤੋਂ ਫਿਰ ਜਿਹੜੀ ਹੈ ਉਹ ਬੰਗਾਲ ਦੀ ਜਿਹੜੀ ਹੈ ਉਹ ਜਗੀਰਦਾਰੀ ਲੈ ਲੈਂਦੇ, ਦੀਵਾਨੀ ਰਾਈਟਸ ਜਿਹਨੂੰ ਕਹਿੰਦੇ ਆ। ਉਹ ਸਾਰਾ ਅਧਿਕਾਰ ਜਿਹੜਾ ਹੈ ਉਹ ਬੰਗਾਲ ਫਿਰ ਪੂਰੀ ਤਰ੍ਹਾਂ ਈਸਟ ਇੰਡੀਆ ਕੰਪਨੀ ਦੀ ਮੁੱਠੀ ਦੇ ਵਿੱਚ ਆ ਜਾਂਦਾ ਹੈ। ਬੰਗਾਲ ਸਾਰਾ ਉੱਤਰ ਭਾਰਤ ਪਕੜ 'ਚ ਆਉਣ ਤੋਂ ਬਾਅਦ ਭੰਮ ਸਾਹਿਬ ਫਿਰ ਦੋ ਹੀ ਤਾਕਤਾਂ ਸੀ ਜਿਹੜੀਆਂ ਈਸਟ ਇੰਡੀਆ ਕੰਪਨੀ ਦਾ ਵਿਰੋਧ ਕਰਨ ਦਾ ਮਾਦਾ ਰੱਖਦੀਆਂ ਸੀ। ਪੰਜਾਬ ਦੀ ਗੱਲ ਤਾਂ ਅਸੀਂ ਬਾਅਦ ਦੇ ਵਿੱਚ ਕਰਾਂਗੇ, ਕਿਉਂਕਿ ਪੰਜਾਬ ਤਾਂ ਲਗਭਗ ਸਭ ਤੋਂ ਅਖੀਰ ਦੇ ਵਿੱਚ ਜਿਹੜਾ ਉਹ ਕੌਨਫਲਿਕਟ ਦੇ ਵਿੱਚ ਆਉਂਦਾ ਹੈ। ਇੱਕ ਤਾਂ ਸੀ ਸਾਊਥ ਦੇ ਵਿੱਚ ਮੈਸੂਰ ਦਾ ਸ਼ੇਰ ਟੀਪੂ ਸੁਲਤਾਨ ਤੇ ਉਸ ਦੇ ਪਿਤਾ ਜਿਹੜੇ ਹੈਦਰ ਅਲੀ। ਦੂਸਰੀ ਤਾਕਤ ਸੀ ਮਰਾਠਾ ਤਾਕਤ, ਜਿਹੜੀ ਮਰਾਠਿਆਂ ਦੀ ਵੀ ਬਹੁਤ ਵੱਡੀ ਤਾਕਤ ਸੀ। ਹਾਲਾਂਕਿ ਉਹ ਪਾਣੀਪਤ ਦੀ ਲੜਾਈ ਤੋਂ ਬਾਅਦ ਅਬਦਾਲੀ ਨਾਲ ਸਿੱਧੀ ਟੱਕਰ ਲੈਣ ਤੋਂ ਬਾਅਦ ਉਹ ਕਾਫੀ ਝੰਬੇ ਜਾ ਚੁੱਕੇ ਸੀ, ਕਮਜ਼ੋਰ ਹੋ ਗਏ ਸੀ, ਪਰ ਫਿਰ ਵੀ ਉਹਨਾਂ ਨੇ ਆਪਣੀ ਤਾਕਤ ਰਿਕਵਰ ਕੀਤੀ ਸੀ ਤੇ ਉਹ ਇੱਕ ਦਾਅਵੇਦਾਰ ਸੀ ਦਿੱਲੀ ਦੇ ਉੱਤੇ ਰੂਲ ਕਰਨ ਦੀ, ਜਿਹੜੇ ਕਿਉਂਕਿ ਮਹਾਦਜੀ ਸਿੰਧੀਆ ਸੀ, ਜਿਹੜੇ ਅੱਜ ਗਵਾਲੀਅਰ ਦੇ ਜਿਹੜੇ ਰਾਜੇ ਹੈ, ਸਿੰਧੀਆ ਖਾਨਦਾਨ, ਜੋਤੀਰਾਦਿੱਤਿਆ ਸਿੰਧੀਆ, ਇਹਨਾਂ ਦੇ ਵੱਡ ਵਡੇਰੇ, ਉਹਨਾਂ ਨੇ ਵੀ ਕਿਸੇ ਟਾਈਮ ਜਿਹੜਾ ਦਿੱਲੀ ਦਾ ਮੁਗਲ ਬਾਦਸ਼ਾਹ ਉਹਨੂੰ ਆਪਣਾ ਪੈਨਸ਼ਨਰ ਬਣਾ ਕੇ ਰੱਖਿਆ ਤੇ ਉੱਥੇ ਦਬਦਬਾ ਆਪਣਾ ਸਾਰੇ ਇਲਾਕੇ ਦੇ ਵਿੱਚ ਇੱਥੇ ਰੱਖਿਆ। ਮਹਾਦਜੀ ਸਿੰਧੀਆ ਉਹ ਪਾਣੀਪਤ ਦੀ ਲੜਾਈ ਦੇ ਵਿੱਚ ਖੁਦ ਲੜੇ ਸੀ ਤੇ ਉੱਥੇ ਜ਼ਖਮੀ ਹੋ ਗਏ ਸੀ, ਪਰ ਬਚ ਗਏ ਸੀ ਉੱਥੋਂ। ਉਦੋਂ ਬਾਅਦ ਦੇ ਵਿੱਚ ਉਹ ਇੱਕ ਤਾਕਤ ਦੇ ਰੂਪ ਦੇ ਵਿੱਚ ਜਿਹੜੇ ਹੈ ਉਹ ਉੱਭਰ ਰਹੇ।
ਫਿਰ ਕੌਨਫਲਿਕਟ ਹੈ ਜਿਹੜਾ ਮੁੱਖ ਤੌਰ ਦੇ ਉੱਤੇ ਟੀਪੂ ਸੁਲਤਾਨ ਨੂੰ ਤੇ ਹੈਦਰ ਅਲੀ ਨੂੰ ਤੇ ਟੀਪੂ ਸੁਲਤਾਨ ਨੂੰ ਕੰਪਨੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੀ ਹੈ। ਹੈਦਰ ਅਲੀ ਹੈ ਜਿਹੜੇ ਉਹ ਬਹੁਤ ਥੱਲਿਓਂ ਉੱਠ ਕੇ ਉਹ ਮੈਸੂਰ ਦੀ ਗੱਦੀ ਤੇ ਆਏ ਸੀ। ਉਹ ਇੱਕ ਆਮ ਸਧਾਰਨ ਫੌਜੀ ਸੀ ਫੌਜ ਦੇ ਵਿੱਚ, ਪਰ ਆਪਣੇ ਹੁਨਰ ਤੇ ਆਪਣੀ ਜਿਹੜਾ ਜੰਗੀ ਜਿਹੜਾ ਟੈਲੈਂਟ ਹੈ ਲੀਡਰਸ਼ਿਪ ਦਾ, ਉਹਦੇ ਬਲਬੂਤੇ ਦੇ ਉੱਤੇ ਆਏ। ਕੌਨਫਲਿਕਟ ਹੁਣ ਉੱਥੇ ਸਾਊਥ ਦੇ ਵਿੱਚ ਕਈ ਪਾਵਰਾਂ ਸੀ। ਨਿਜ਼ਾਮ ਆਫ ਹੈਦਰਾਬਾਦ ਸੀ, ਤਰਾਵਣਕੋਰ ਜਿਹੜਾ ਕੇਰਲਾ ਦੇ ਵਿੱਚ ਹੈ ਉਹਦਾ ਰਾਜਾ ਸੀ, ਮੈਸੂਰ ਸੀ ਤੇ ਇੱਕ ਪਾਸੇ ਮਰਾਠੇ ਸੀ। ਸੋ ਇਹ ਚਾਰੇ ਤਾਕਤਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਾ ਕੇ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹ ਆਪਣਾ ਮਤਲਬ ਕੱਢਦੀ ਸੀ ਜੀ। ਤੇ ਜੇ ਕਈ ਵਾਰੀ ਇਹ ਸਿਆਣੇ ਹੈਦਰ ਅਲੀ ਦੀ ਜਿਹੜੀ ਉਹ ਡਿਪਲੋਮੈਸੀ ਸੀ ਉਹ ਸਾਰਿਆਂ ਨੂੰ ਜੋੜ ਲੈਂਦਾ ਸੀ ਕੰਪਨੀ ਦੇ ਖਿਲਾਫ ਜੀ। ਤੇ ਮੈਸੂਰ ਦੀ ਐਂਗਲੋ ਮੈਸੂਰ ਵਾਰ ਦੀ ਪਹਿਲੀ ਤੇ ਦੂਜੀ ਜੰਗਾਂ ਦੇ ਵਿੱਚ ਹੈਦਰ ਅਲੀ ਨੇ ਬੜੀਆਂ ਨਮੋਸ਼ੀਜਨਕ ਹਾਰਾਂ ਈਸਟ ਇੰਡੀਆ ਕੰਪਨੀ ਨੂੰ ਦਿੱਤੀਆਂ। ਇੱਥੋਂ ਤੱਕ ਕਿ ਜਿਹੜਾ ਚੇਨਈ ਸ਼ਹਿਰ ਹੈ ਉਹ ਉਸਦੇ ਦਰਵਾਜ਼ੇ, ਜੋ ਈਸਟ ਇੰਡੀਆ ਕੰਪਨੀ ਦਾ ਮੇਨ ਹੱਬ ਸੀ, ਉਹਦੇ ਦਰਵਾਜ਼ੇ ਤੱਕ ਹੈਦਰ ਅਲੀ ਚਲਿਆ ਗਿਆ ਸੀ। ਤੇ ਈਸਟ ਇੰਡੀਆ ਕੰਪਨੀ ਨੂੰ ਬੜੀ ਸ਼ਰਮਨਾਕ ਟ੍ਰੀਟੀ ਹੈਦਰ ਅਲੀ ਦੇ ਨਾਲ ਸਾਈਨ ਕਰਨੀ ਪਈ ਸੀ, ਜਿਹੜੀ ਖੁਦ ਰਾਣੀ ਨੇ ਸਾਈਨ ਕਰਕੇ ਭੇਜੀ ਸੀ। ਸੋ ਇੱਕੋ ਇੱਕ ਰਾਜਾ ਜਿਹੜਾ ਹੋਇਆ ਹੈਦਰ ਅਲੀ ਭਾਰਤ ਦਾ, ਜਿਸਨੇ ਇੰਗਲੈਂਡ ਦੀ ਰਾਣੀ ਨੂੰ ਟ੍ਰੀਟੀ ਸਾਈਨ ਕਰਨ ਵਾਸਤੇ ਮਜਬੂਰ ਕੀਤਾ। ਹੈਦਰ ਅਲੀ ਨੇ ਕਿਉਂਕਿ ਇੱਕ ਆਪਦੇ ਖਿਲਾਫ ਫਰੰਟ ਨਹੀਂ ਬਣ ਦਿੱਤਾ ਕੋਈ। ਫਿਰ ਭੰਮ ਸਾਹਿਬ ਟੀਪੂ ਸੁਲਤਾਨ ਗੱਦੀ ਤੇ ਆਉਂਦਾ, ਫਿਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਮਰਾਠਿਆਂ ਦੇ ਨਾਲ, ਤਰਾਵਣਕੋਰ ਦੇ ਰਾਜੇ ਦੇ ਨਾਲ, ਨਿਜ਼ਾਮ ਦੇ ਨਾਲ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਜਦੋਂ ਮੈਸੂਰ ਆਈਸੋਲੇਟ ਹੋ ਜਾਂਦਾ ਹੈ। ਮੈਸੂਰ ਦੇ ਆਈਸੋਲੇਟ ਹੋਣ ਤੋਂ ਬਾਅਦ ਉਹ ਸਭ ਹਮਲਾ ਕਰਦੇ ਆ ਮੈਸੂਰ ਤੇ, ਥਰਡ ਮੈਸੂਰ ਵਾਰ ਦੇ ਵਿੱਚ, ਤੇ ਬੜਾ ਹਿੱਸਾ ਜਿਹੜਾ ਮੈਸੂਰ ਦਾ ਉਹ ਈਸਟ ਇੰਡੀਆ ਕੰਪਨੀ ਕੋਲ, ਨਿਜ਼ਾਮ ਕੋਲ ਤੇ ਮਰਾਠਿਆਂ ਕੋਲ ਚਲਿਆ ਜਾਂਦਾ। ਕਿਉਂਕਿ ਮੈਸੂਰ ਦਾ ਜਿਹੜਾ ਸਿੱਧਾ ਲਿੰਕ ਸੀ ਉਹ ਫਰਾਂਸ ਦੇ ਨਾਲ ਸੀ। ਫਰਾਂਸ ਦੇ ਨਾਲ ਵੱਡੀ ਚੰਗੇ ਸੰਬੰਧ ਮੈਸੂਰ, ਤੇ ਫਰਾਂਸ ਦੇ ਖਤਰੇ ਤੋਂ, ਨਪੋਲੀਅਨ ਦੇ ਖਤਰੇ ਤੋਂ ਜਿਹੜੀ ਈਸਟ ਇੰਡੀਆ ਕੰਪਨੀ ਉਹ ਘਬਰਾਉਂਦੀ ਸੀ। ਇਸ ਲਈ ਉਹ ਚਾਹੁੰਦੇ ਸੀ ਕਿ ਛੇਤੀ ਤੋਂ ਛੇਤੀ ਟੀਪੂ ਸੁਲਤਾਨ ਨੂੰ ਖਤਮ ਕੀਤਾ ਜਾਵੇ, ਤਾਂ ਕਿ ਉਸ ਦੇ ਜ਼ਰੀਏ ਜਿਹੜੇ ਫਰੈਂਚ ਨਾ ਆ ਜਾਣ ਕਿਤੇ ਹਿੰਦੁਸਤਾਨ ਦੇ ਵਿੱਚ, ਇਨਫਲੂਐਂਸ ਕਰ ਲੈਣ ਜੀ। ਫਿਰ 1799 ਦੇ ਵਿੱਚ ਸ੍ਰੀਰੰਗਾਪਟਨਮ ਜਿਹੜੀ ਕਿ ਰਾਜਧਾਨੀ ਸੀ ਟੀਪੂ ਸੁਲਤਾਨ ਦੀ, ਉਸ ਦੇ ਉੱਤੇ ਲੜਾਈ ਹੋਈ ਤੇ ਟੀਪੂ ਸੁਲਤਾਨ ਬੜੀ ਬਹਾਦਰੀ ਦੇ ਨਾਲ ਆਪਣੇ ਕਿਲੇ ਨੂੰ ਬਚਾਉਂਦਿਆਂ ਹੋਇਆਂ ਫਿਰ ਉੱਥੇ ਜਿਹੜਾ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦਾ ਇੱਕ ਕਥਨ ਜਿਹੜਾ ਉਹ ਬੜਾ ਮਸ਼ਹੂਰ ਹੋਇਆ, ਉਹ ਕਹਿੰਦੇ ਵੀ ਮੈਂ 99 ਸਾਲ ਭੇਡ ਦੀ ਜ਼ਿੰਦਗੀ ਜਿਉਣ ਨਾਲ ਅੰਗਰੇਜ਼ ਦੇ ਥੱਲੇ ਲੱਗ ਕੇ ਇੱਕ ਦਿਨ ਮੈਂ ਸ਼ੇਰ ਵਾਂਗੂ ਜਿਊਂਗਾ ਜੀ। ਕਿਉਂਕਿ ਉਹਨਾਂ ਨੂੰ ਮੈਸੂਰ ਦਾ ਸ਼ੇਰ ਕਿਹਾ ਜਾਂਦਾ ਸੀ। ਹੋਰ ਬਹੁਤ ਗੱਲਾਂ ਨੇ ਟੀਪੂ ਸੁਲਤਾਨ ਬਾਰੇ ਜੋ ਸਮੇਂ ਦੀ ਕਮੀ ਕਰਕੇ ਅਸੀਂ ਨਹੀਂ ਕਰ ਸਕਦੇ। ਬਿਲਕੁਲ ਉਹਨਾਂ ਦਾ ਇੱਕ ਖਿਡੌਣਾ ਬਣਾਇਆ ਹੋਇਆ ਸੀ ਦਰਅਸਲ, ਜਿਸ ਦੇ ਵਿੱਚ ਇੱਕ ਸ਼ੇਰ, ਇੱਕ ਟਾਈਗਰ, ਉਹ ਬ੍ਰਿਟਿਸ਼ ਜਿਹੜਾ ਸੈਨਿਕ ਹੈ ਉਸ ਨੂੰ ਖਾਂਦਾ ਹੈ। ਜਦੋਂ ਚਾਬੀ ਦਓ ਤਾਂ ਬ੍ਰਿਟਿਸ਼ ਸੈਨਿਕ ਚੀਕਦਾ ਹੈ ਤੇ ਜਿਹੜਾ ਮੈਸੂਰ ਦਾ ਸ਼ੇਰ ਹੈ ਉਹਨੂੰ ਖਾਂਦਾ। ਇਸ ਤਰ੍ਹਾਂ ਬੜੇ ਲੰਬੇ ਸਮੇਂ 30-40 ਸਾਲਾਂ ਤੱਕ ਮੈਸੂਰ ਨੇ ਜਿਹੜਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਆਪਣੇ ਅੱਗੇ ਲਾਈ ਰੱਖਿਆ ਜੀ। ਪਰ ਅਖੀਰ ਦੇ ਵਿੱਚ ਜਿਹੜੇ ਹਾਲਾਤ ਟੀਪੂ ਸੁਲਤਾਨ ਦੇ ਖਿਲਾਫ ਬਣ ਗਏ ਤੇ ਫਿਰ ਸੁਲਤਾਨ ਦਾ ਜਿਹੜਾ ਟੀਪੂ ਦਾ ਉਹ ਅੰਤ ਹੋ ਜਾਂਦਾ ਜੀ। ਹੁਣ ਜਿਹੜੀ ਮਰਾਠਿਆਂ ਦੀ ਜਿਹੜੀ ਗੱਲ ਹੈ ਭੰਮ ਸਾਹਿਬ, ਉਹ ਅਸੀਂ ਫਿਰ ਹੁਣ ਅਗਲੀ ਕਿਸ਼ਤ ਦੇ ਵਿੱਚ ਬਿਲਕੁਲ ਉਹ ਕਰਾਂਗੇ, ਕਿਉਂਕਿ ਉਹਦੇ ਵਾਸਤੇ ਟਾਈਮ ਲੰਬਾ ਚਾਹੀਦਾ ਔਰ ਵਿਚਾਲੇ ਛੱਡ ਕੇ ਜਿਹੜਾ ਫਿਰ ਉਹ ਟੇਸਟ ਵੀ ਖਰਾਬ ਹੁੰਦਾ ਜੀ। ਹਾਂਜੀ।